ਗੁੱਡ ਮਾਰਨਿੰਗ ਬੱਚਿਓ। 8ਵੀਂ ਜਮਾਤ ਦੇ ਨਵੇਂ ਸੈਸ਼ਨ ਦੇ ਵਿੱਚ ਸਾਰੇ ਬੱਚਿਆਂ ਦਾ ਸਵਾਗਤ ਹੈ। ਵੈਲਕਮ ਟੂ ਆਲ ਸਟੂਡੈਂਟਸ। ਸੋ ਆਪਾਂ ਅੱਜ ਦੀ ਇੰਗਲਿਸ਼ ਦੀ ਜਮਾਤ ਦੇ ਵਿੱਚ ਅਸੀਂ ਆਪਣਾ ਪਹਿਲਾ ਲੈਸਨ ਸ਼ੁਰੂ ਕਰਨਾ। ਜਿਵੇਂ ਕਿ ਪਿਛਲੇ ਸਾਲ ਤੁਹਾਨੂੰ ਨਵੀਂ ਕਲਰਫੁਲ ਬੁੱਕ ਲਗਾਈ ਗਈ ਸੀ, ਉਸੇ ਤਰ੍ਹਾਂ ਇਸ ਸਾਲ ਵੀ ਤੁਹਾਡੀ ਨਵੀਂ ਬੁੱਕ ਜਲਦੀ ਤੁਹਾਨੂੰ ਮਿਲ ਜਾਵੇਗੀ। ਅਜੇ ਤੁਹਾਡੇ 4 ਲੈਸਨ ਜਿਹੜੇ ਨੇ ਪੜ੍ਹੋ ਪੰਜਾਬ ਐਪ ਦੇ ਪੰਜਾਬ ਐਜੂਕੇਅਰ ਐਪ ਦੇ ਉੱਤੇ ਅਪਲੋਡ ਕੀਤੇ ਗਏ ਨੇ ਅਤੇ ਤੁਸੀਂ ਉੱਥੋਂ ਵੀ ਉਹਨਾਂ ਨੂੰ ਐਕਸੈਸ ਕਰ ਸਕਦੇ ਹੋ, ਦੇਖ ਸਕਦੇ ਹੋ। ਸੋ ਅਸੀਂ ਅੱਜ ਦੇ ਪਹਿਲੇ ਲੈਸਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਸਾਡਾ ਅੱਜ ਦਾ ਲੈਸਨ ਦਾ ਨਾਮ ਵੈਲਿਊ ਆਫ ਮਨੀ, ਪੈਸੇ ਦੀ ਕੀਮਤ। ਸਾਡੇ ਜੀਵਨ ਦੇ ਵਿੱਚ ਜਿਵੇਂ ਪੜ੍ਹਾਈ ਦੀ ਕੀਮਤ ਹੈ, ਸਮੇਂ ਦੀ ਕੀਮਤ ਹੈ, ਉਸੇ ਤਰ੍ਹਾਂ ਪੈਸੇ ਦੀ ਵੀ ਬਹੁਤ ਕੀਮਤ ਹੈ। ਤਾਂ ਇਸ ਲੈਸਨ ਦੇ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਅਸੀਂ ਪੈਸਾ ਕਮਾਉਣਾ ਕਿੰਨਾ ਕੁ ਔਖਾ ਹੈ ਅਤੇ ਉਸ ਨੂੰ ਕਿਵੇਂ ਸੋਚ ਸਮਝ ਕੇ ਸਾਨੂੰ ਖਰਚ ਕਰਨਾ ਚਾਹੀਦਾ। ਸੋ ਇਹਦੇ ਨਾਲ ਗ੍ਰਾਮੈਟੀਕਲ ਐਕਟੀਵਿਟੀਜ਼ ਵੀ ਵਿੱਚ ਹੋਣਗੀਆਂ। ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰੀ ਰੀਡਿੰਗ ਐਕਟੀਵਿਟੀ ਦਿੱਤੀ ਆ ਤੁਹਾਨੂੰ, ਮਤਲਬ ਪਾਠ ਪੜ੍ਹਨ ਤੋਂ ਪਹਿਲਾਂ ਤੁਸੀਂ ਇੱਕ ਐਕਟੀਵਿਟੀ ਕਰਨੀ ਆ, ਡਿਕਸ਼ਨਰੀ ਦੇ ਨਾਲ ਰਿਲੇਟਡ ਹੈ। ਤੁਸੀਂ ਜਾਣਦੇ ਹੋ ਸਾਰੇ ਡਿਕਸ਼ਨਰੀ ਤੁਹਾਨੂੰ ਕਲਾਸ 'ਚ ਲਗਵਾਈ ਗਈ ਸੀ। ਫਿਰ ਵੀ ਜੇ ਕਿਸੇ ਬੱਚੇ ਕੋਲ ਡਿਕਸ਼ਨਰੀ ਅਜੇ ਉਪਲਬਧ ਨਹੀਂ ਹੈਗੀ ਤਾਂ ਉਹ ਮੋਬਾਈਲ ਦੇ ਵਿੱਚ ਵੀ ਡਿਕਸ਼ਨਰੀ ਐਪ ਹੁੰਦੀ ਆ, ਉਹ ਡਾਊਨਲੋਡ ਕਰ ਸਕਦਾ ਗਾ, ਜਾਂ ਗੂਗਲ ਦੇ ਉੱਤੇ ਵੀ ਅਸੀਂ ਸਰਚ ਕਰਕੇ ਇਸ ਐਕਟੀਵਿਟੀ ਨੂੰ ਕੁਝ ਹੱਦ ਤੱਕ ਹੱਲ ਕਰ ਸਕਦੇ ਹਾਂ। ਸੋ ਐਕਟੀਵਿਟੀ 1 ਸਾਡੀ, ਜਿਹਦੇ ਵਿੱਚ ਸਾਨੂੰ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਤੁਸੀਂ ਵਰਡਸ ਨੇ ਜਿਹੜੇ, ਲੁੱਕ ਅਪ ਦਾ ਫੋਲੋਇੰਗ ਵਰਡਸ ਇਨ ਦਾ ਡਿਕਸ਼ਨਰੀ, ਯੂ ਸ਼ੁੱਡ ਸੀਕ ਦਾ ਫੋਲੋਇੰਗ ਇਨਫੋਰਮੇਸ਼ਨ ਅਬਾਊਟ ਦਾ ਵਰਡਸ ਐਂਡ ਪੁੱਟ ਦੈਮ ਇਨ ਯੂਰ ਵਰਡਸ ਨੋਟਬੁੱਕ। ਸੋ ਆਪਣੀ ਨੋਟਬੁੱਕ ਦੇ ਵਿੱਚ ਤੁਸੀਂ ਇਹ ਐਕਟੀਵਿਟੀ ਕਰਨੀ ਆ। ਉਹ ਐਕਟੀਵਿਟੀ ਕੀ ਆ ਕਿ ਥੱਲੇ ਤੁਹਾਨੂੰ ਪਿੰਕ ਬਾਕਸਿਸ ਨਜ਼ਰ ਆ ਰਹੇ ਨੇ, ਉਹਨਾਂ ਬਾਕਸਿਸ ਦੇ ਵਿੱਚ ਸ਼ਬਦ ਦਿੱਤੇ ਗਏ ਨੇ। ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਐਡਿਟ ਕੀਤਾ ਹੈਗਾ, 1 2 3 ਨਾਲ ਪਾਇਆ, ਅਤੇ ਤੁਸੀਂ ਆਪਣੀ ਡਿਕਸ਼ਨਰੀ ਦੇ ਵਿੱਚ ਚੈੱਕ ਕਰਨੇ ਆ, ਇਹ ਵਰਡ ਲੱਭ ਕੇ ਦੇਖਣੇ ਆ। ਉਹਨਾਂ ਵਰਡਸ ਦੇ ਨਾਲ, ਜਿਵੇਂ ਕਿ ਮੈਂ ਬਰੈਕਟ ਦੇ ਵਿੱਚ ਤੁਹਾਡੀ ਸੁਵਿਧਾ ਦੇ ਲਈ ਦਿੱਤਾ ਕਿ ਫਸਟ ਵਰਡ ਸਾਡਾ ਕਿਸ ਕਿਸਮ, ਜਿਹੜੀ ਟਾਈਪਸ ਹੁੰਦੀਆਂ ਨੇ ਵਰਡਸ ਦੀਆਂ, ਨਾਊਨ, ਵਰਬ, ਐਡਜੈਕਟਿਵਸ ਐਕਸਟਰਾ। ਸੋ ਉਹ ਅਸੀਂ ਸਿੱਖਣੀਆਂ ਨੇ ਕਿ ਕਿਵੇਂ ਦੇਖ ਸਕਦੇ ਹਾਂ। ਸੋ ਮੈਂ ਹੁਣ ਤੁਹਾਨੂੰ ਜਿਹੜੇ ਵਰਡਸ ਦੇ ਨਾਲ ਨਾਲ ਉਹਨਾਂ ਦੀ ਕਿਸਮ, ਟਾਈਪਸ ਉਸਦੀ ਅਤੇ ਉਹਦੇ ਮੀਨਿੰਗ ਦੇ ਬਾਰੇ ਐਕਸਪਲੇਨ ਕਰਦਾ। ਸਾਡਾ ਫਸਟ ਵਰਡ ਜਿਹੜਾ ਤੁਹਾਡਾ ਹੈਗਾ ਪ੍ਰੋਸੈਸਰ। ਪ੍ਰੋਸੈਸਰ ਸ਼ਬਦ ਜਿਸ ਦੇ ਆਪਾਂ ਦੇਖ ਸਕਦੇ ਹਾਂ ਕਿ ਪ੍ਰੋਸੈਸ ਤੋਂ ਲਿਆ ਗਿਆ ਹੈ। ਕਿਸੇ ਕੰਮ ਨੂੰ ਜਾਂ ਕਿਸੇ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਅਤੇ ਉਸ ਕਿਰਿਆ ਨੂੰ ਜੋ ਕਰਨ ਵਾਲਾ ਹੁੰਦਾ ਹੈ ਉਸ ਨੂੰ ਪ੍ਰੋਸੈਸਰ ਕਿਹਾ ਜਾਂਦਾ ਹੈ। ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਇਹਦਾ ਮੀਨਿੰਗ ਦੱਸ ਸਕਦੇ ਹਾਂ, ਆ ਮਸ਼ੀਨ ਦੈਟ ਪ੍ਰੋਸੈਸ ਸਮਥਿੰਗ। ਤੁਸੀਂ ਜਦੋਂ ਡਿਕਸ਼ਨਰੀ ਦੇ ਵਿੱਚ ਵੀ ਫਾਈਂਡ ਕਰੋਗੇ ਤੁਹਾਨੂੰ ਇਹ ਮੀਨਿੰਗ ਨਜ਼ਰ ਆਏਗਾ। ਤੁਹਾਡੀ ਸੁਵਿਧਾ ਦੇ ਲਈ ਪਾਠ ਦੇ ਅੰਤ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੀਨਿੰਗ ਤੁਹਾਨੂੰ ਇੱਕ ਵਾਰੀ ਦਿਖਾਏ ਜਾਣ। ਸੋ ਸਾਡਾ ਫਸਟ ਵਰਡ ਤੁਸੀਂ ਵੀ ਪ੍ਰੋਨਾਊਂਸ ਕਰਕੇ ਦੇਖਣਾ, ਪ੍ਰੋਸੈਸਰ, ਇੱਕ ਅਜਿਹੀ ਮਸ਼ੀਨ ਜਿਹੜੀ ਕਿ ਕੋਈ ਕਿਰਿਆ ਕਰਦੀ ਹੈ। ਇੱਥੇ ਸਾਡਾ ਇਸ ਲੈਸਨ ਦੇ ਨਾਲ ਸੰਬੰਧ, ਕਿਉਂਕਿ ਕੁਝ ਇਹ ਲੈਸਨ ਕੰਪਿਊਟਰ ਨਾਲ ਸੰਬੰਧਿਤ ਆ, ਸੋ ਸਾਡੇ ਕੰਪਿਊਟਰ ਜਾਂ ਮੋਬਾਈਲ ਦੇ ਵਿੱਚ ਵੀ ਪ੍ਰੋਸੈਸਰ ਹੁੰਦੇ ਨੇ। ਸੋ ਜਿੰਨਾ ਪ੍ਰੋਸੈਸਰ ਜਿਹੜਾ ਗਾ ਤੇਜ਼ ਹੁੰਦਾ ਹੈ ਕੰਮ ਕਰਨ ਦੇ ਵਿੱਚ, ਓਨਾ ਮੋਬਾਈਲ ਤੇਜ਼ ਚੱਲਦਾ ਹੈ, ਜਾਂ ਅਸੀਂ ਇਹੀ ਗੱਲ ਕੰਪਿਊਟਰ 'ਤੇ ਵੀ ਕਹਿ ਸਕਦੇ ਹਾਂ। ਸੋ ਆਵਰ ਫਸਟ ਵਰਡ ਇਜ਼ ਪ੍ਰੋਸੈਸਰ ਵਿਚ ਇਜ਼ ਨਾਊਨ ਇਨ ਕੈਟੇਗਰੀ ਨਾਊਨ। ਉਹਦੀ ਵਰਡ ਦੀ ਟਾਈਪ ਕੀ ਹੈ? ਨਾਊਨ। ਸੈਕਿੰਡ ਵਰਡ ਇਜ਼ ਇੰਟਰੀਗਿਊ। ਇੰਟਰੀਗਿਊ, ਇਹਨੂੰ ਤੁਸੀਂ ਪ੍ਰੋਨਾਊਂਸ ਕਰਨ ਦੇ ਲਈ ਗੂਗਲ ਦੀ ਸਹਾਇਤਾ ਵੀ ਲੈ ਸਕਦੇ ਹੋ। ਅਤੇ ਇਹ ਸਾਡਾ ਵਰਬ ਹੈ ਅਰਾਊਜ਼ ਦਾ ਕਰਿਓਸਿਟੀ, ਕਿ ਮਤਲਬ ਸਾਡੇ ਵਿੱਚ ਕੋਈ ਜਦੋਂ ਉਤੇਜਨਾ ਪੈਦਾ ਹੁੰਦੀ ਆ ਕਿਸੇ ਕੰਮ ਦੇ ਲਈ ਜਾਂ ਕੁਝ ਖਰੀਦਣ ਦੇ ਲਈ, ਕਈ ਵਾਰੀ ਅਸੀਂ ਅਚਾਨਕ ਉਤੇਜਿਤ ਹੋ ਜਾਂਦੇ ਹਾਂ। ਜਿਵੇਂ ਹੁਣੇ ਤੁਸੀਂ ਨਵੀਂ ਜਮਾਤ ਦੇ ਵਿੱਚ ਹੋਏ ਹੋ, ਤੁਹਾਨੂੰ ਨਵੀਆਂ ਕਿਤਾਬਾਂ ਦੇ ਪ੍ਰਤੀ ਬੱਚਿਆਂ ਨੂੰ ਉਤੇਜਨਾ ਹੁੰਦੀ ਹੈ। ਅਸੀਂ ਜਦੋਂ ਨਵੀਂ ਬੁੱਕ ਕਿਸੇ ਆਪਣੇ ਸਾਥੀ ਕੋਲ ਵੇਖਦੇ ਹਾਂ ਤਾਂ ਸਾਡੇ ਵੀ ਅੰਦਰ ਇੰਟਰੀਗਿਊ ਹੁੰਦੇ ਆ ਕਿ ਅਸੀਂ ਜਿਹੜੀ ਉਹ ਬੁੱਕ
ਖਰੀਦੀਏ ਜਾਂ ਸਾਡੇ ਪੇਰੈਂਟਸ ਸਾਨੂੰ ਲੈ ਕੇ ਦੇਣ, ਜਿਵੇਂ ਕਿ ਤੁਹਾਨੂੰ ਸਕੂਲਾਂ ਤੋਂ ਫ੍ਰੀ ਮਿਲ ਜਾਣੀ ਆ ਅਤੇ ਤੁਸੀਂ ਉਸ ਨੂੰ ਪੜ੍ਹਨਾ ਹੈਗਾ। ਆਵਰ ਥਰਡ ਵਰਡ ਇਜ਼ ਰਿਵਿਊ। ਰਿਵਿਊ ਮੀਨਸ ਆ ਰਿਪੋਰਟ ਔਰ ਇਵੈਲੂਏਸ਼ਨ ਆਫ ਏ ਸਬਜੈਕਟ। ਜਦੋਂ ਅਸੀਂ ਕਿਸੇ ਸਬਜੈਕਟ, ਕਿਸੇ ਵਸਤੂ ਦੇ ਰਿਗਾਰਡਿੰਗ ਜਾਣਕਾਰੀ ਚਾਹੁੰਦੇ ਹਾਂ ਕਿ ਹੋਰ ਵਿਅਕਤੀਆਂ ਦੇ ਉਸ ਬਾਰੇ ਕੀ ਵਿਚਾਰ ਨੇ, ਤਾਂ ਅਸੀਂ ਕੁਝ ਰੀਡ ਕਰਦੇ ਹਾਂ ਕਿ ਉਸ ਵਸਤੂ ਦੇ ਰਿਗਾਰਡਿੰਗ, ਉਹਦੀਆਂ ਫੀਚਰਸ ਦੇ ਰਿਗਾਰਡਿੰਗ, ਤਾਂ ਅਸੀਂ ਉਸ ਵਸਤੂ ਨੂੰ ਕੀ ਕਰਦੇ ਹਾਂ ਜਾਂ ਉਸ ਸਬਜੈਕਟ ਦਾ ਰਿਵਿਊ ਕਰਦੇ ਹਾਂ। ਜਿਵੇਂ ਕਿ ਜੇ ਅਸੀਂ ਇੱਕ ਲੈਸਨ ਵੀ ਪੜ੍ਹ ਲੈਂਦੇ ਹੈਗੇ ਹਾਂ, ਜਦੋਂ ਅਸੀਂ ਉਸ ਦੇ ਕੁਐਸਚਨ ਹੱਲ ਕਰਦੇ ਹਾਂ ਤਾਂ ਅਸੀਂ ਰਿਵਿਊ ਕਰਦੇ ਹਾਂ ਕਿ ਕੀ ਸਾਨੂੰ ਉਹਦੇ ਫੀਚਰਸ, ਉਸ ਲੈਸਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਪਤਾ ਲੱਗ ਗਿਆ ਹੈ। ਫੋਰਥ ਵਰਡ ਇਜ਼ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ, ਫੀਚਰ ਆ ਗਿਆ, ਜਿਸ ਨੂੰ ਨਾਊਨ ਕੈਟੇਗਰੀ ਦੇ ਵਿੱਚ ਲਿਆ ਗਿਆ ਹੈ। ਫੀਚਰ ਮੀਨਸ ਵਿਸ਼ੇਸ਼ਤਾਵਾਂ, ਕਿਸੇ ਵੀ ਵਸਤੂ ਦੀਆਂ, ਕਿਸੇ ਕਿਤਾਬ ਦੀਆਂ, ਕਿਸੇ ਵਿਅਕਤੀ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਸੋ ਇੱਥੇ ਅਸੀਂ ਲੈਸਨ ਜਿਹੜਾ ਕੰਪਿਊਟਰ ਨਾਲ ਰਿਲੇਟਡ ਹੋਏਗਾ ਸਾਡਾ, ਉਸ ਦੇ ਫੀਚਰਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਐਂਡ ਫਿਫਥ ਵਨ ਇਜ਼ ਅਲਟੀਮੇਟ, ਬੀਇੰਗ ਦਾ ਬੈਸਟ ਔਰ ਮੋਸਟ ਐਕਸਟ੍ਰੀਮ। ਇਟ ਇਜ਼ ਯੂਜ਼ਡ ਐਜ਼ ਐਡਜੈਕਟਿਵ। ਜੇ ਤੁਸੀਂ ਡਿਕਸ਼ਨਰੀ 'ਚ ਚੈੱਕ ਕਰੋਗੇ, ਇਹਦੇ ਨਾਲ ਐਡਜੈਕਟਿਵ ਲਿਖਿਆ ਹੋਏਗਾ ਦੀ ਟਾਈਪ। ਅਲਟੀਮੇਟ ਅਸੀਂ ਯੂਜ਼ ਕਰਦੇ ਹਾਂ ਕਿ ਸਭ ਤੋਂ ਵਧੀਆ ਕੁਆਲਿਟੀ ਕਿਸੇ ਚੀਜ਼ ਦੀ, ਤਾਂ ਅਸੀਂ ਉਹਦੇ ਲਈ ਯੂਜ਼ ਕਰਦੇ ਹਾਂ ਕਿ ਅਲਟੀਮੇਟ ਕੁਆਲਿਟੀ ਹੈ। ਸਿਕਸਥ ਵਰਡ ਇਜ਼ ਲਿਮੀਟੇਸ਼ਨ। ਇਟ ਇਜ਼ ਯੂਜ਼ਡ ਐਜ਼ ਨਾਊਨ ਇਨ ਦਿਸ ਲੈਸਨ। ਐਂਡ ਲਿਮੀਟੇਸ਼ਨ ਇਜ਼ ਰੈਸਟ੍ਰਿਕਸ਼ਨ, ਮੀਨਸ ਕੋਈ ਸੀਮਾ, ਕੋਈ ਹੱਦ। ਜਿਵੇਂ ਕਿ ਇੱਕ 7ਵੀਂ ਦੇ ਵਿਅਕਤੀ ਦੀ ਲਿਮੀਟੇਸ਼ਨ, ਜਿਸ ਨੇ 7ਵੀਂ ਦੀ ਕਿਤਾਬ ਪੜ੍ਹੀ, ਉਹਦੀ ਲਿਮੀਟੇਸ਼ਨ ਹੋ ਸਕਦੀ ਹੈ ਕਿ ਉਹ 7ਵੀਂ ਤੱਕ ਦੇ ਲੈਸਨਾਂ ਨੂੰ ਸਮਝ ਸਕਦਾ ਹੈ। ਜਾਂ ਕੋਈ ਮਸ਼ੀਨ ਹੈ ਸਾਡੀ, ਉਹਦੀ ਇੱਕ ਲਿਮੀਟੇਸ਼ਨ ਹੋ ਸਕਦੀ ਹੈ ਕਿ ਉਹ 2 ਘੰਟੇ ਕੰਮ ਕਰ ਸਕਦੀ ਹੈ, 1 ਘੰਟਾ ਕੰਮ ਕਰ ਸਕਦੀ ਹੈ, ਤਾਂ ਇਹ ਉਸ ਦੀ ਰੈਸਟ੍ਰਿਕਸ਼ਨ ਹੈ। ਸੋ ਜਦੋਂ ਕੋਈ ਅਸੀਂ ਮੋਬਾਈਲ, ਕੋਈ ਕੰਪਿਊਟਰ ਯੂਜ਼ ਕਰਦੇ ਹਾਂ ਤਾਂ ਉਸ ਦੀਆਂ ਵੀ ਲਿਮੀਟੇਸ਼ਨਸ ਹੁੰਦੀਆਂ ਨੇ। ਐਂਡ ਸੈਵਨਥ ਵਰਡ ਇਜ਼ ਸਮ ਨਿਊ ਵਰਡ, ਇਟ ਇਜ਼ ਕੰਜ਼ਿਊਮਰਿਸਟ। ਕੰਜ਼ਿਊਮਰਿਸਟ ਸ਼ਬਦ ਕੰਜ਼ਿਊਮਰ ਸ਼ਬਦ ਤੋਂ ਬਣਿਆ ਹੈ। ਕੰਜ਼ਿਊਮਰ ਬਾਰੇ ਅਸੀਂ ਥੋੜ੍ਹਾ ਜਾਣਦੇ ਹਾਂ, ਜਿਸ ਨੂੰ ਅਸੀਂ ਗ੍ਰਾਹਕ ਵੀ ਕਹਿ ਦਿੰਦੇ ਹਾਂ ਜਾਂ ਖਰੀਦ ਕਰਨ ਵਾਲਾ। ਜਿਵੇਂ ਤੁਸੀਂ ਦੁਕਾਨ 'ਤੇ ਕੋਈ ਸਮਾਨ ਲੈਣ ਜਾਂਦੇ ਹੋ ਤਾਂ ਤੁਸੀਂ ਕੰਜ਼ਿਊਮਰ ਹੁੰਦੇ ਹੋ। ਕੰਜ਼ਿਊਮਰਿਸਟ ਸ਼ਬਦ ਜਿਹੜਾ ਹੈ, ਇਹਨੂੰ ਵੀ ਨਾਊਨ ਦੇ ਰੂਪ ਦੇ ਵਿੱਚ ਲਿਆ ਗਿਆ ਹੈ। ਕੋਈ ਖਰੀਦਣ ਦੀ ਜਦੋਂ ਸਾਡੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਤਾਂ ਉਸ ਦੇ ਤਹਿਤ ਅਸੀਂ ਉਸ ਚੀਜ਼ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਮਤਲਬ ਕਿ ਇਹ ਸੋਚਣ ਲੱਗ ਜਾਂਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਸਾਨੂੰ ਮਿਲ ਜਾਵੇ, ਤਾਂ ਉਸ ਦੇ ਲਈ ਇਹ ਸ਼ਬਦ ਕੰਜ਼ਿਊਮਰਿਸਟ ਯੂਜ਼ ਹੁੰਦਾ। ਅ ਪਰਸਨ ਹੂ ਇਜ਼ ਪ੍ਰੀ ਆਕੂਪਾਈਡ ਵਿਦ ਕੰਜ਼ਿਊਮਰ ਗੁੱਡਸ, ਕਿ ਅਸੀਂ ਆਪਣੇ ਪੂਰਾ ਧਿਆਨ ਇਸੇ ਗੱਲ 'ਚ ਲਗਾ ਦਿੰਦੇ ਹਾਂ ਕਿ ਹੁਣ ਇਹ ਵਸਤੂ ਜਿਹੜੀ ਆ ਮੈਂ ਲੈਣੀ ਹੈ। ਐਂਡ ਏਟਥ ਵਰਡ ਇਜ਼ ਓਬਸੈਸਡ। It is used as verbs in this lesson. Be constantly talking or worrying about something. Obsessed, ਕਈ ਕਿਸੇ ਵਸਤੂ ਦੇ ਰਿਗਾਰਡਿੰਗ ਅਸੀਂ ਸਾਰਾ ਦਿਨ ਆਪਣੇ ਸਾਥੀਆਂ ਨਾਲ, ਆਪਣੇ ਪੇਰੈਂਟਸ ਦੇ ਨਾਲ ਗੱਲ ਕਰਦੇ ਰਹਿੰਦੇ ਹਾਂ, ਮਤਲਬ ਕਿ ਸਾਡੇ ਉੱਤੇ ਜਨੂੰਨ ਸਵਾਰ ਹੋ ਜਾਂਦਾ, ਜਾਂ ਸਾਡੀ ਖਾਹਿਸ਼ ਹੁੰਦੀ ਹੈ ਕਿ ਅਸੀਂ ਇਸ ਵਸਤੂ ਨੂੰ ਪ੍ਰਾਪਤ ਕਰੀਏ, ਤਾਂ ਉਸ ਸਮੇਂ ਇਹ ਵਰਡ ਯੂਜ਼ ਕੀਤਾ ਜਾਂਦਾ ਗਾ ਕਿ ਮੈਨੂੰ ਜਿਹੜਾ ਹੈਗਾ ਇਹ ਵਸਤੂ ਚਾਹੀਦੀ ਹੈ। ਖਾਸ ਕਰਕੇ ਜੇ ਅਸੀਂ ਤੁਹਾਨੂੰ ਐਗਜ਼ਾਮਪਲ ਦਈਏ ਕਿ ਜਦੋਂ ਨਵੀਂ ਜਮਾਤ ਸ਼ੁਰੂ ਹੁੰਦੀ ਹੈ ਤਾਂ ਤੁਸੀਂ ਨਵਾਂ ਬੈਗ, ਨਵੀਆਂ ਕਾਪੀਜ਼, ਹਰ ਵਕਤ ਗੱਲਾਂ ਕਰਦੇ ਹੋ ਕਿ ਮੈਨੂੰ ਨਵਾਂ ਬੈਗ ਚਾਹੀਦਾ ਹੈ, ਨਵੀਆਂ ਕਾਪੀਜ਼ ਜਿੰਨੇ ਦੇਰ ਨਹੀਂ ਮਿਲ ਜਾਂਦੀਆਂ ਤਾਂ ਤੁਸੀਂ ਉਹਨਾਂ ਵਸਤੂਆਂ ਦੇ ਪ੍ਰਤੀ ਓਬਸੈਸਡ ਹੁੰਦੇ ਹੋ। ਸਟੋਰੇਜ, ਸਟੋਰੇਜ ਇਜ਼ ਆਲਸੋ ਏ ਨਾਊਨ ਵਰਡ। ਜਿਵੇਂ ਕਿ ਅੱਜ ਕੱਲ੍ਹ ਅਸੀਂ ਇਲੈਕਟ੍ਰੋਨਿਕ ਡਿਵਾਈਸ ਯੂਜ਼ ਕਰਦੇ ਹਾਂ ਤਾਂ ਉਹਦੀ ਮੈਮਰੀ ਦੇ ਲਈ, ਇਲੈਕਟ੍ਰੋਨਿਕ ਡਿਵਾਈਸ ਦੀ ਮੈਮਰੀ ਦੇ ਲਈ ਅਸੀਂ ਸਟੋਰੇਜ ਵਰਡ ਤੁਸੀਂ ਯੂਜ਼ ਕਰਦੇ ਹੋ। ਆਮ ਤੌਰ 'ਤੇ ਤੁਸੀਂ ਪੁੱਛ ਲੈਂਦੇ ਹੋ ਤੁਹਾਡਾ ਮੋਬਾਈਲ 32 GB ਹੈ, 64 GB ਹੈ, ਇਸ ਦੀ ਰੈਮ ਸਟੋਰੇਜ 4 GB ਹੈ, 2 GB ਹੈ। ਸੋ ਇਹ ਸਟੋਰੇਜ ਵਰਡ ਐਜ਼ ਏ ਨਾਊਨ ਯੂਜ਼ ਕੀਤਾ ਲੈਸਨ ਦੇ ਵਿੱਚ। ਐਂਡ ਲਾਸਟ 10th ਵਰਡ ਇਜ਼ ਇਨਵੈਸਟਿੰਗ, using as verb, laying out money with expectation of profit.
ਜਦੋਂ ਅਸੀਂ ਆਪਣੇ ਪੈਸੇ ਨੂੰ ਕਿਸੇ ਥਾਂ ਦੇ ਉੱਤੇ ਹੋਰ ਲਾਭ ਲੈਣ ਦੇ ਲਈ ਲਗਾਉਂਦੇ ਹਾਂ, ਉਸ ਨੂੰ ਅਸੀਂ ਇਨਵੈਸਟ ਕਰਨਾ ਕਹਿੰਦੇ ਹਾਂ। ਆਮ ਤੌਰ 'ਤੇ ਅਸੀਂ ਬੈਂਕ ਦੇ ਵਿੱਚ ਆਪਣੇ ਪੈਸੇ ਨੂੰ ਰੱਖ ਦਿੰਦੇ ਹਾਂ ਤਾਂ ਕਿ ਸਾਨੂੰ ਉਹਦਾ ਵਿਆਜ ਮਿਲ ਸਕੇ, ਤਾਂ ਅਸੀਂ ਉਸ ਪੈਸੇ ਨੂੰ ਕੀ ਕਰਦੇ ਹਾਂ, ਇਨਵੈਸਟ ਕਰਦੇ ਹਾਂ। ਜਾਂ ਤੁਹਾਨੂੰ ਪੜ੍ਹਾਇਆ ਜਾਂਦਾ ਹੈ ਤਾਂ ਕਿ ਤੁਸੀਂ ਚੰਗੇ ਇਨਸਾਨ ਬਣ ਸਕੋ, ਤਾਂ ਤੁਹਾਡੇ ਉੱਤੇ ਖਰਚਿਆ ਪੈਸਾ ਵੀ ਇੱਕ ਤਰ੍ਹਾਂ ਨਾਲ ਇਨਵੈਸਟਮੈਂਟ ਹੁੰਦੀ ਹੈ। ਤੁਹਾਡੇ ਪੇਰੈਂਟਸ ਇਨਵੈਸਟਿੰਗ ਕਰਦੇ ਨੇ ਤਾਂ ਕਿ ਸਾਡਾ ਬੱਚਾ ਚੰਗਾ ਵਿਅਕਤੀ ਬਣ ਸਕੇ। ਸੋ ਇਹ ਪਿੰਕ ਬਾਕਸਿਸ ਦੇ ਵਿੱਚ ਜਿਹੜੇ 10 ਵਰਡਸ ਨੇ, ਤੁਸੀਂ ਆਪਣੀ ਕਾਪੀ ਦੇ ਉੱਤੇ ਸਾਫ਼ ਲਿਖਾਈ ਦੇ ਵਿੱਚ ਲਿਖਣੇ ਨੇ, ਕਿਉਂਕਿ ਲਿਖਾਈ ਦੇ ਅਸੀਂ ਪਿਛਲੇ ਸਾਲ ਵੀ ਦੇਖਿਆ ਸੀ 10 ਮਾਰਕਸ ਪੇਪਰ ਦੇ ਵਿੱਚ ਮਿਲਣੇ ਨੇ। ਅੱਜ ਮੈਨੂੰ ਇੱਕ ਬੱਚੇ ਨੇ ਕੰਮ ਕਰਕੇ ਭੇਜਿਆ, ਪਹਿਲਾਂ ਤਾਂ ਉਸਨੂੰ ਬਹੁਤ ਸ਼ਾਬਾਸ਼, ਉਸਨੇ ਕੋਸ਼ਿਸ਼ ਕੀਤੀ ਆ, ਬਟ ਥੋੜ੍ਹਾ ਜਿਹਾ ਲਿਖਾਈ ਦੇ ਉੱਤੇ ਧਿਆਨ ਦੇਣ ਦੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਆਪਣੀ ਲਿਖਾਈ ਨੂੰ ਬਿਲਕੁਲ ਸਾਫ਼ ਸੁਥਰਾ ਬਣਾਈਏ। ਸੋ ਇਹ ਵਰਡਸ ਤੁਸੀਂ ਇਸੇ ਤਰ੍ਹਾਂ ਆਪਣੀ ਡਿਕਸ਼ਨਰੀ 'ਚੋਂ ਦੇਖ ਕੇ ਜਾਂ ਇੱਥੋਂ ਦੇਖ ਕੇ ਲਿਖ ਲੈਣੇ ਨੇ। ਇਹਨਾਂ ਦੇ ਮੀਨਿੰਗ ਲਿਖਣ ਦੀ ਵੀ ਕੋਸ਼ਿਸ਼ ਕਰਨੀ ਹੈ। ਸੋ ਅਸੀਂ ਹੁਣ ਰੀਡ ਕਰਾਂਗੇ ਆਪਣਾ ਲੈਸਨ। ਲੈਟ ਅਸ ਰੀਡ ਦਾ ਸਟੋਰੀ ਵੈਲਿਊ ਆਫ ਮਨੀ। I was 14 when I learned the value of money। ਸੋ ਇਹਦੇ ਵਿੱਚ ਲੇਖਿਕਾ ਸਾਨੂੰ ਜਿਹੜੀ ਪਿਕਚਰ ਦਿਖਾਈ ਗਈ ਆ ਉਹਦੇ ਤੋਂ ਇੱਕ ਲੜਕੀ ਦੀ ਸਾਨੂੰ ਤਸਵੀਰ ਨਜ਼ਰ ਆ ਰਹੀ ਆ, ਜਿਹੜੀ ਕਿ ਬੈਠੇ ਟੀਵੀ ਜਾਂ ਕੰਪਿਊਟਰ ਕਿਸੇ ਇਲੈਕਟ੍ਰੋਨਿਕ ਡਿਵਾਈਸ ਨੂੰ ਵੇਖ ਰਹੀ ਹੈ। ਤਾਂ ਉਹਦੇ ਦੁਆਰਾ ਹੀ ਇਹ ਕਹਾਣੀ ਸੁਣਾਈ ਗਈ ਹੈ। 14 ਸਾਲਾਂ ਦੀ ਸੀ ਜਦੋਂ ਮੈਂ, ਉਸ ਲੇਖਿਕਾ ਦੁਆਰਾ ਦੱਸਿਆ ਜਾ ਰਿਹਾ ਕਿ ਮੈਂ 14 ਸਾਲਾਂ ਦੀ ਸੀ ਜਦੋਂ ਮੈਂ ਪੈਸੇ ਦੀ ਕੀਮਤ ਬਾਰੇ ਸਿੱਖਿਆ। ਲਰਨਡ ਮੀਨਸ ਸਿੱਖਣਾ। I wanted to get myself a new computer although there was nothing wrong with the computer। ਮੈਂ ਚਾਹੁੰਦੀ ਸੀ ਨਵਾਂ ਕੰਪਿਊਟਰ ਖਰੀਦਣਾ, ਭਾਵੇਂ ਕਿ ਮੇਰੇ ਕੋਲੇ ਇੱਕ ਆਪਣਾ ਕੰਪਿਊਟਰ ਸੀ ਜਿਸ ਵਿੱਚ ਕੁਝ ਵੀ ਗਲਤ ਨਹੀਂ ਸੀ। I was already using, ਜਿਸ ਨੂੰ ਮੈਂ ਯੂਜ਼ ਕਰ ਰਹੀ ਸੀ, ਉਹ ਵੀ ਠੀਕ ਚੱਲ ਰਿਹਾ ਸੀ, ਪਰ ਮੈਨੂੰ ਇੱਛਾ ਹੋਈ ਨਵਾਂ ਕੰਪਿਊਟਰ ਖਰੀਦਣ ਦੀ। ਕਿਵੇਂ ਹੋਈ? It was summer break and I had been watching a lot of TV। ਸਮਰ ਬ੍ਰੇਕ, ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਅਤੇ ਮੈਂ ਘਰ ਵਿੱਚ TV ਵੇਖਦੀ ਸੀ। There was this one advertisement that would pop up on the screen all the time। ਸੋ ਪੋਪ ਅਪ ਵਰਡ ਅੱਜ ਕੱਲ੍ਹ ਸਾਡੇ ਮੋਬਾਈਲ ਦੇ ਨਾਲ ਲਿੰਕਡ ਹੈਗਾ ਗਾ। ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੁੰਦੇ ਹੋ ਮੋਬਾਈਲ ਦੇ ਉੱਤੇ, ਅਚਾਨਕ ਉੱਤੇ ਛੋਟਾ ਜਿਹਾ ਮੈਸੇਜ ਆ ਜਾਂਦਾ ਗਾ, ਦੈਟ ਇਜ਼ ਪੋਪ ਅਪ। ਸੋ ਇਸੇ ਤਰ੍ਹਾਂ TV ਦੇਖਦੇ ਹੋਏ ਅਚਾਨਕ ਥੱਲੇ ਵੀ ਐਡ ਚੱਲਦੀ ਹੁੰਦੀ ਆ, ਕਈ ਵਾਰ ਉੱਪਰ ਸਾਈਡ ਦੇ ਉੱਤੇ ਐਡ ਆਉਂਦੀ ਆ, ਤਾਂ ਉਸ ਨੂੰ ਪੋਪ ਅਪਸ ਕਿਹਾ ਜਾਂਦਾ ਗਾ। ਸੋ ਉਸ ਪੋਪ ਅਪ ਦੇ ਰਾਹੀਂ ਇੱਕ ਐਡਵਰਟਾਈਜ਼ਮੈਂਟ ਆ ਰਹੀ ਸੀ ਕੰਪਿਊਟਰ ਨਾਲ ਰਿਲੇਟਡ, ਜਿਹੜੀ ਕਿ ਲੇਖਿਕਾ ਨੇ ਵੇਖੀ। ਨਰੇਟਰ ਜਾਂ ਲੇਖਿਕਾ ਅਸੀਂ ਯੂਜ਼ ਕਰਾਂਗੇ ਵਰਡ। ਨਰੇਟਰ ਹੁੰਦਾ ਜਿਹੜਾ ਖੁਦ ਆਪਣੀ ਕਹਾਣੀ ਦੱਸ ਰਿਹਾ। ਇਟ ਵਾਜ਼ ਫॉर ਦਾ ਲੇਟੈਸਟ ਬੈਲ ਕੰਪਿਊਟਰ। ਇਹ ਐਡ ਕਿਸ ਬਾਰੇ ਸੀ? ਇਹ ਬੈਲ ਕੰਪਿਊਟਰ, ਕੋਈ ਕੰਪਨੀ ਕੰਪਿਊਟਰ ਦੀ ਬੈਲ, ਉਸ ਦੇ ਲੇਟੈਸਟ ਕੰਪਿਊਟਰ ਬਾਰੇ ਦੱਸ ਰਹੇ ਸੀ ਐਡ ਦੇ ਵਿੱਚ। ਇਟ ਹੈਡ ਦਾ ਫਾਸਟੈਸਟ ਪ੍ਰੋਸੈਸਰ। ਅਸੀਂ ਉੱਤੇ ਹੁਣੇ ਯੂਜ਼ ਕੀਤਾ। ਕੁਛ ਵਰਡਸ ਮੈਂ ਅੰਡਰਲਾਈਨ ਕੀਤੇ ਨੇ ਬੇਟੇ, ਜਿਹੜੇ ਤਾਂ ਉੱਪਰ ਆ ਗਏ 10 ਵਰਡਸ ਦੇ ਵਿੱਚ, ਠੀਕ ਹੈ। ਜਿਹੜੇ ਨਵੇਂ ਹੋਏ ਤੁਸੀਂ ਉਹ ਵੀ ਡਿਕਸ਼ਨਰੀ ਵਿੱਚੋਂ ਲੱਭ ਕੇ ਮੀਨਿੰਗ ਸਹਿਤ ਲਿਖਣੇ ਹਨ। ਸੋ ਫਾਸਟੈਸਟ ਪ੍ਰੋਸੈਸਰ ਸੀ ਉਸਦਾ, ਬਹੁਤ ਤੇਜ਼, ਐਂਡ ਅਨਬਲੀਵੇਬਲੀ ਹਾਈ ਸਟੋਰੇਜ, ਅਤੇ ਉਸ ਦੀ ਮੈਮਰੀ ਜਿਸ ਨੂੰ ਅਸੀਂ ਯੂਜ਼ ਕਰਦੇ ਹਾਂ, ਭੰਡਾਰ ਕਰਨ ਦੀ ਸਮਰੱਥਾ, ਉਹਦੇ ਵਿੱਚ ਅਸੀਂ ਕਿੰਨਾ ਡਾਟਾ ਰੱਖ ਸਕਦੇ ਹਾਂ, ਉਹ ਵੀ ਬਹੁਤ ਜ਼ਿਆਦਾ ਸੀ। ਅਮੰਗ ਮੈਨੀ ਅਦਰ ਨਿਊ ਫੀਚਰਸ, ਅਤੇ ਇਹਦੇ ਨਾਲ ਕੁਝ ਨਵੀਆਂ ਵਿਸ਼ੇਸ਼ਤਾਵਾਂ। ਐਵਰੀ ਟਾਈਮ ਆਈ ਸਾ ਇਟ ਆਈ ਵਾਜ਼ ਇੰਟਰੀਗਿਊਡ, ਅਤੇ ਜਦੋਂ ਹੀ ਮੈਂ ਇਸ ਨੂੰ ਵੇਖਦੀ ਤਾਂ ਮੈਂ ਉਤੇਜਿਤ ਮਹਿਸੂਸ ਕਰਦੀ, ਮਤਲਬ ਕਿ ਮਨ ਦੇ ਵਿੱਚ ਹਲਚਲ ਹੋ ਜਾਂਦੀ ਸੀ ਕਿ ਮੈਂ ਇਸ ਨੂੰ ਖਰੀਦਾਂ। ਆਈ ਵੁੱਡ ਗੋ ਔਨਲਾਈਨ ਐਂਡ ਵਾਚ ਪੀਪਲ ਰਿਵਿਊਇੰਗ ਦਾ ਕੰਪਿਊਟਰ। ਫਿਰ ਮੈਂ ਇੰਟਰਨੈੱਟ ਦੇ ਰਾਹੀਂ ਮੋਬਾਈਲ ਦੇ ਉੱਤੇ, ਅੱਜ ਕੱਲ੍ਹ ਆਪਾਂ ਗੂਗਲ ਦੇ ਵਿੱਚ ਸਰਚ ਕਰਕੇ ਔਨਲਾਈਨ ਹੋ ਕੇ ਚੈੱਕ ਕਰਦੇ ਹਾਂ ਕਿ ਲੋਕ ਇਸ ਬਾਰੇ ਕੀ ਕਹਿੰਦੇ ਨੇ। ਸੋ ਉਹ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਕੰਪਿਊਟਰ ਦੇ ਰਿਗਾਰਡਿੰਗ, ਜਸਟ ਟੂ ਫਾਈਂਡ ਆਊਟ ਮੋਰ ਅਬਾਊਟ ਇਟਸ ਫੀਚਰਸ, ਤਾਂ ਕਿ ਮੈਂ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਲਵਾਂ। ਆਈ ਵੁੱਡ ਰੀਡ ਆਰਟੀਕਲਸ ਅਬਾਊਟ ਇਟਸ ਫੀਚਰਸ। ਬੜੇ ਆਰਟੀਕਲ ਮੈਂ ਪੜ੍ਹੇ ਇਨ ਟੈਕ ਮੈਗਜ਼ੀਨਸ। ਸੋ ਲੇਖਿਕਾ ਦੇ ਘਰੇ
ਕੁਝ ਮੈਗਜ਼ੀਨ ਵੀ ਆਉਂਦੇ ਸੀ, ਟੈਕ ਦਾ ਮਤਲਬ ਟੈਕਨੋਲੋਜੀ, ਜਿਹਦੇ ਵਿੱਚ ਨਵੀਂ ਟੈਕਨੋਲੋਜੀ ਦੇ ਬਾਰੇ ਜਾਣਕਾਰੀ ਹੁੰਦੀ ਸੀ। ਉਹਦੇ ਵਿੱਚ ਵੀ ਮੈਂ ਇਸ ਕੰਪਿਊਟਰ ਦੇ ਵਿਸ਼ੇਸ਼ਤਾਵਾਂ ਨੂੰ ਜਾਣਿਆ। ਇਟ ਅਪੀਅਰਸ ਟੂ ਬੀ ਐਨ ਅਲਟੀਮੇਟ ਕੰਪਿਊਟਰ, ਅਤੇ ਇਹ ਕੰਪਿਊਟਰ ਜਿਹੜਾ ਮੈਨੂੰ ਬੈਸਟ ਕੰਪਿਊਟਰ ਜਾਪਿਆ, ਸਿਰੇ ਜਿਸ ਨੂੰ ਕਹਿੰਦੇ ਆ ਸਿਰੇ ਦਾ ਕੰਪਿਊਟਰ। ਸੋ ਅਲਟੀਮੇਟ ਲੱਗਿਆ ਮੈਨੂੰ ਇਹ ਹਰ ਪਾਸੇ ਤੋਂ। ਵਾਈਲ ਦਾ ਲਿਮੀਟੇਸ਼ਨਸ ਆਫ ਮਾਈ ਓਨ ਕੰਪਿਊਟਰ ਮੇਡ ਮੀ ਅਨਹੈਪੀ। ਸੋ ਇਹਦੀਆਂ ਵਿਸ਼ੇਸ਼ਤਾਵਾਂ ਦੇ ਸਾਹਮਣੇ ਮੈਨੂੰ ਮੇਰਾ ਕੰਪਿਊਟਰ ਜਿਹੜਾ ਹੈਗਾ ਉਸ ਦੇ ਵਿੱਚ ਕਾਫੀ ਲਿਮੀਟੇਸ਼ਨਸ ਨਜ਼ਰ ਆਈਆਂ, ਕਾਫੀ ਕੰਮ ਉਹ ਨਹੀਂ ਕਰ ਸਕਦਾ ਸੀ, ਅਤੇ ਇਸ ਕਰਕੇ ਮੈਂ ਥੋੜ੍ਹਾ ਉਦਾਸ ਮਹਿਸੂਸ ਕੀਤਾ। ਆਪਾਂ ਵੀ ਕਈ ਵਾਰੀ ਹੁੰਦਾ ਕਿ ਕੋਈ ਮੋਬਾਈਲ ਅਸੀਂ ਘਰ ਬੜਾ ਵਧੀਆ ਵਰਤ ਰਹੇ ਹੁੰਦੇ ਹਾਂ, ਅਚਾਨਕ ਅਸੀਂ ਆਪਣੇ ਸਾਥੀ ਦੇ ਕੋਲ ਜਾਂ TV ਦੇ ਵਿੱਚ ਕੋਈ ਨਵਾਂ ਮੋਬਾਈਲ ਵੇਖਦੇ ਹਾਂ, ਉਹਦੇ ਵਿੱਚ ਕੋਈ ਇੱਕ ਅੱਧਾ ਕੰਮ ਜ਼ਿਆਦਾ ਹੁੰਦਾ ਗਾ ਸਾਡੇ ਮੋਬਾਈਲ ਨਾਲੋਂ, ਸਾਨੂੰ ਲੱਗਦਾ ਕਿ ਸਾਨੂੰ ਵੀ ਲੈਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਦੀ ਜਿਹੜੀ ਭਾਵਨਾ ਜਿਹੜੀ ਆ ਇਸ ਲੇਖਿਕਾ ਦੇ ਮਨ ਵਿੱਚ ਆਈ। ਬਟ ਮਾਈ ਪੇਰੈਂਟਸ ਰਿਫਿਊਜ਼ਡ ਟੂ ਬਾਈ ਮੀ ਦਾ ਕੰਪਿਊਟਰ। ਪਰ ਮੇਰੇ ਪੇਰੈਂਟਸ ਨੇ ਮੈਨੂੰ ਇਹ ਖਰੀਦਣ ਤੋਂ ਇਨਕਾਰ ਕਰ ਦਿੱਤਾ। ਦਾ ਕੰਪਿਊਟਰ ਵੈਨ ਆਈ ਆਸਕਡ them about it. Looking back now, I probably did not even need all those extra features. ਕਈ ਵਾਰੀ ਜਦੋਂ ਮੈਂ ਸੋਚਦੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਸਾਰੇ ਫੀਚਰਸ ਦੀ ਮੈਨੂੰ ਕੋਈ ਖਾਸ ਜ਼ਰੂਰਤ ਨਹੀਂ ਸੀ। I could do everything I wanted to do on my own computer. ਜਿੰਨਾ ਕੁ ਮੈਨੂੰ ਕੰਪਿਊਟਰ ਦੇ ਬਾਰੇ ਕੰਮ ਮੈਂ ਕਰਨਾ ਸੀ ਉਹ ਸਾਰਾ ਕੁਝ ਮੇਰੇ ਕੰਪਿਊਟਰ ਦੇ ਉੱਤੇ ਹੋ ਰਿਹਾ ਸੀ, ਵਿਦਆਊਟ ਰਨਿੰਗ ਇਨਟੂ ਐਨੀ ਇਸ਼ੂ। ਕੋਈ ਸਮੱਸਿਆ ਵੀ ਨਹੀਂ ਸੀ। ਬਟ ਦਾ ਕੰਜ਼ਿਊਮਰਿਸਟ ਇਨ ਮੀ ਸੀਮਡ ਟੂ ਥਿੰਕ ਅਦਰਵਾਈਜ਼। ਪਰ ਜੋ ਮੇਰੇ ਅੰਦਰ ਨਵੇਂ ਫੀਚਰਸ ਜਾਂ ਅਸੀਂ ਕਹਿੰਦੇ ਹਾਂ ਕਿ ਉਸ ਐਡ ਨੂੰ ਦੇਖ ਕੇ ਇੱਕ ਖਰੀਦਣ ਦੀ ਭਾਵਨਾ ਪੈਦਾ ਹੋਈ ਸੀ। ਅਸੀਂ ਸ਼ਬਦ ਦੇ ਬਾਰੇ ਉੱਪਰ ਵੀ ਪੜ੍ਹਿਆ ਸੀ, ਕੰਜ਼ਿਊਮਰ ਤੋਂ ਇੱਕ ਨਵਾਂ ਸ਼ਬਦ ਸਾਨੂੰ ਮਿਲਿਆ ਸੀਗਾ, ਕੰਜ਼ਿਊਮਰਿਸਟ। ਸੋ ਇਹ ਇੱਕ ਕਿਉਰਿਓਸਿਟੀ ਮੇਰੇ ਅੰਦਰ ਪੈਦਾ ਹੋ ਚੁੱਕੀ ਸੀ, ਅਤੇ ਇਨ ਮੀ ਸੀਮ ਟੂ ਥਿੰਕ ਅਦਰਵਾਈਜ਼। ਉਹਦੇ ਕਰਕੇ ਮੈਂ ਨਵੇਂ ਕੰਪਿਊਟਰ ਦੇ ਬਾਰੇ ਸੋਚਦੀ ਸੀ। ਆਫਟਰ ਏ ਵਾਈਲ ਮਾਈ ਪੇਰੈਂਟਸ ਨੋਟਿਸਡ ਹਾਊ ਓਬਸੈਸਡ ਆਈ ਵਾਜ਼। ਸੋ ਕਾਫੀ ਦਿਨ ਦੇਖਦੇ ਰਹੇ ਪੇਰੈਂਟਸ ਮੇਰੇ, ਉਹਨਾਂ ਨੇ ਨੋਟਿਸ ਕੀਤਾ ਕਿ ਮੈਂ ਕਿੰਨੀ ਜ਼ਿਆਦਾ ਉਸ ਦੇ ਪ੍ਰਤੀ ਜਿਸ ਨੂੰ ਕਹਿੰਦੇ ਆ ਕਿ ਮੇਰੀ ਭਾਵਨਾ ਕਿੰਨੀ ਤੇਜ਼ ਪ੍ਰਬਲ ਹੋ ਗਈ ਹੈ ਜਾਂ ਮੈਂ ਜਨੂੰਨੀ ਹੋ ਗਈ ਹਾਂ, ਉਸ ਦੇ ਬਾਰੇ ਹਰ ਸਮੇਂ ਗੱਲਾਂ ਕਰਦੀ ਰਹਿੰਦੀ ਸੀ ਕੰਪਿਊਟਰ ਦੇ ਬਾਰੇ। ਤਾਂ ਉਹਨਾਂ ਨੇ ਮੈਨੂੰ ਓਬਸੈਸਡ ਫੀਲ ਕੀਤਾ। ਆਈ ਵਾਜ਼ ਵਿਦ ਦਿਸ ਨਿਊ ਕੰਪਿਊਟਰ ਸੋ ਦੈਟ ਦੇ ਡਿਸਾਈਡ ਟੂ ਗਿਵ ਮੀ ਏ ਚਾਂਸ ਟੂ ਅਰਨ ਇਟ। ਫਿਰ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਲੇਖਿਕਾ ਨੂੰ ਜਿਹੜਾ ਇੱਕ ਮੌਕਾ ਦਿੱਤਾ ਜਾਵੇ ਇਸ ਨੂੰ ਪ੍ਰਾਪਤ ਕਰਨ ਦਾ, ਕੰਪਿਊਟਰ ਨੂੰ। ਦੇ ਟੋਲਡ ਮੀ ਇਫ ਆਈ ਸਟਾਰਟਡ ਡੂਇੰਗ ਹਾਊਸ ਚੋਰਸ। ਸੋ ਇੱਕ ਨਵਾਂ ਉਹਨਾਂ ਨੇ ਸੋਚਿਆ, ਇਸ ਤਰੀਕਾ ਇੱਕ ਨਵਾਂ ਲੱਭਿਆ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਹੁਣ ਘਰ ਦੇ ਕੁਝ ਕੰਮ ਕਰਨੇ ਸ਼ੁਰੂ ਕਰਾਂ। ਹਾਊਸ ਚੋਰਸ, ਮੈਂ ਅੰਡਰਲਾਈਨ ਕੀਤਾ ਵਰਡ ਬੇਟੇ, ਘਰ ਦੇ ਕੰਮਾਂ ਦੇ ਲਈ ਯੂਜ਼ ਕੀਤਾ ਗਿਆ। ਦੇ ਵੁੱਡ ਗਿਵ ਮੀ ਮਨੀ ਫੋਰ ਇਟ। ਜਦੋਂ ਮੈਂ ਘਰ ਦੇ ਕੰਮ ਕਰਾਂਗੀ ਮੈਨੂੰ ਕਿ ਤੁਹਾਨੂੰ ਪੈਸੇ ਮਿਲਣਗੇ ਇਸ ਦੇ ਲਈ। ਐਂਡ ਆਈ ਕੁਡ ਸੇਵ ਅਪ ਅੰਟਿਲ ਆਈ ਹੈਡ ਇਨਫ ਟੂ ਬਾਈ ਦਾ ਕੰਪਿਊਟਰ ਔਨ ਮਾਈ ਔਨ। ਔਨ ਅਤੇ ਆਉਨ ਦੋ ਵਰਡ ਯੂਜ਼ ਕੀਤੇ ਨੇ ਉਹਨਾਂ ਨੇ। ਕੀ ਬੋਲਿਆ ਲਾਈਨ ਦੇ ਵਿੱਚ ਕਿ ਜਿਹੜੇ ਪੈਸੇ ਤੈਨੂੰ ਮਿਲਣਗੇ ਆਈ ਕੁਡ ਸੇਵ ਅਪ, ਉਹਨਾਂ ਨੂੰ ਮੈਂ ਸੇਵ ਕਰਾਂਗੀ, ਬੱਚਤ ਕਰਾਂਗੀ ਉਹਨਾਂ ਦੀ। ਕਦੋਂ ਤੱਕ? ਜਦੋਂ ਤੱਕ ਕਿ ਕੰਪਿਊਟਰ ਖਰੀਦਣ ਦੇ ਲਈ ਜਾਂ ਕੰਪਿਊਟਰ ਨੂੰ ਆਪਣਾ ਬਣਾਉਣ ਦੇ ਲਈ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹੋ ਜਾਂਦੇ। ਇਟ ਸੀਮਡ ਲਾਈਕ ਏ ਗੁੱਡ ਆਈਡੀਆ। ਮੈਨੂੰ ਇਹ ਆਈਡੀਆ ਚੰਗਾ ਲੱਗਿਆ। ਐਂਡ ਆਈ ਜੰਪਡ ਐਟ ਦਾ ਓਪਰਚੁਨਿਟੀ। ਅਤੇ ਇਸ ਮੌਕੇ ਦੀ ਖੁਸ਼ੀ ਦੇ ਵਿੱਚ ਮੈਂ ਉਛਲ ਪਈ। The very next day I start waking up early in the to make extra time to be able to do more chores। ਅਤੇ ਮੈਂ ਸਵੇਰੇ ਜਲਦੀ ਜਾਗੀ ਅਗਲੇ ਦਿਨ ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਜਿਹੜਾ ਗਾ ਐਕਸਟਰਾ ਟਾਈਮ ਦੇ ਵਿੱਚ ਕਰ ਸਕਾਂ ਅਤੇ ਪੈਸੇ ਕਮਾ ਸਕਾਂ। ਆਈ ਵੁਡ ਡੂ ਦਾ ਡਿਸ਼ਿਸ। ਹਾਂਜੀ ਬੇਟੇ, ਇਹ ਨਵਾਂ ਸ਼ਬਦ ਆਇਆ, ਡੂ ਦਾ ਡਿਸ਼ਿਸ। ਡਿਸ਼ਿਸ ਇੱਥੇ ਭਾਂਡਿਆਂ ਦੇ ਲਈ ਯੂਜ਼ ਕੀਤਾ। ਸੋ ਮੈਂ
ਆਪਣੇ ਜਿਹੜੇ ਇੱਥੇ ਆਈ ਵੁੱਡ ਡੂ ਦਾ ਡਿਸ਼ਿਜ਼ 3 ਟਾਈਮਸ ਏ ਡੇ, 3 ਸਮੇਂ ਮੈਂ ਦਿਨ ਦੇ ਵਿੱਚ ਭਾਂਡੇ ਸਾਫ਼ ਕਰਨ ਦਾ ਕੰਮ ਕਰਦੀ। ਟੇਕ ਦਾ ਗਾਰਬੇਜ ਆਊਟ, ਘਰ ਦਾ ਕੂੜਾ ਕਰਕਟ ਬਾਹਰ ਸੁੱਟ ਕੇ ਆਉਂਦੀ। ਮਾਓ ਦਾ ਲਾਨ ਔਨ ਦਾ ਵੀਕਐਂਡਸ, ਆਪਣੇ ਜਿਹੜੇ ਪਾਰਕ ਸੀ ਸਾਡੇ ਘਰ ਦੇ ਉਹਨਾਂ ਦੀ ਸਾਫ਼ ਸਫਾਈ ਕਟਾਈ ਛਟਾਈ ਕਰਦੀ। ਕਲੀਨ ਦਾ ਹੋਲ ਹਾਊਸ, ਸਾਰੇ ਘਰ ਦੀ ਸਫਾਈ। ਐਂਡ ਵਾਸ਼ ਦਾ ਕਾਰ ਵੈਨ ਐਵਰ ਨੀਡਡ, ਅਤੇ ਮੈਂ ਕਾਰ ਨੂੰ ਵਾਸ਼ ਕਰਦੀ ਜਦੋਂ ਜ਼ਰੂਰਤ ਹੁੰਦੀ। ਸੋ ਉਹਨੇ ਜਿੰਨੇ ਵੀ ਆਪਾਂ ਘਰ 'ਚ ਆਮ ਸਾਰੇ ਬੱਚੇ ਕੰਮ ਕਰਦੇ ਹਾਂ ਉਹ ਸਾਰੇ ਕੰਮ ਉਸ ਲੇਖਿਕਾ ਦੇ ਦੁਆਰਾ। ਸੋ ਆਪਾਂ ਨੇ ਜਾਣਿਆ ਕਿ ਕਿਵੇਂ ਲੇਖਿਕਾ ਨੇ ਜਿਹੜੇ ਘਰ ਦੇ ਕੰਮ ਸ਼ੁਰੂ ਕਰ ਦਿੱਤੇ ਸੀ, ਸਾਰੇ ਉਹ ਕੰਮ ਉਹ ਕਰਦੀ। ਆਈ ਵਾਜ਼ ਵਰਕਿੰਗ ਟਾਇਰਲੈਸਲੀ, ਥੱਕ ਜਾਣ ਤੱਕ। ਸੋ ਮੈਂ ਕੰਮ ਜਿਹੜਾ ਹੈਗਾ ਮਤਲਬ ਇੰਨਾ ਉਸਨੂੰ ਜਨੂੰਨ ਸਵਾਰ ਹੋ ਗਿਆ ਕਿ ਜਦੋਂ ਤੱਕ ਉਹ ਅਣਥੱਕ ਮਿਹਨਤ, ਜਿਸ ਨੂੰ ਟਾਇਰਲੈਸਲੀ ਇੱਥੇ ਵਰਡ ਯੂਜ਼ ਕੀਤਾ ਕਿ ਬਿਨਾਂ ਥੱਕੇ, ਮੈਂ ਅਣਥੱਕ ਕੰਮ ਕਰਦੀ ਹਾਂ। ਐਵਰੀ ਡੇ ਅਨਟਿਲ ਮਾਈ ਹੋਲ ਬਾਡੀ ਵਾਜ਼ ਸੋਰ, ਕਿ ਮੇਰੀ ਜਿਸਮ ਦੇ ਵਿੱਚ ਜਾਂ ਮੇਰੀ ਬਾਡੀ ਦੇ ਵਿੱਚ ਦਰਦ ਨਾ ਸ਼ੁਰੂ ਹੋ ਜਾਂਦਾ, ਉਸ ਸਮੇਂ ਤੱਕ ਮੈਂ ਆਪਣਾ ਕੰਮ ਜਾਰੀ ਰੱਖਦੀ। ਜਸਟ ਟੂ ਵੇਕ ਅਪ ਦਾ ਨੈਕਸਟ ਡੇ ਟੂ ਡੂ ਇਟ ਅਗੇਨ, ਅਤੇ ਅਗਲੇ ਦਿਨ ਫਿਰ ਜਲਦੀ ਉੱਠਣਾ ਅਤੇ ਉਸ ਕੰਮ ਨੂੰ ਸ਼ੁਰੂ ਕਰਨਾ। ਇਵੈਂਚੁਅਲੀ ਆਈ ਗੋਟ ਯੂਜ਼ਡ ਟੂ ਇਟ, ਹੌਲੀ ਹੌਲੀ ਕੀ ਹੋਇਆ ਕਿ ਮੈਨੂੰ ਕੰਮਾਂ ਦੇ ਪ੍ਰਤੀ ਮੈਂ ਯੂਜ਼ ਟੂ ਹੋ ਜਾਣਾ, ਕਿ ਹੁਣ ਮੈਨੂੰ ਇਹ ਆਪਣੇ ਰੂਟੀਨ ਦੇ ਕੰਮ ਲੱਗਣ ਲੱਗੇ। ਆਈ ਗੋਟ ਯੂਜ਼ਡ ਟੂ ਇਟ, ਜਿਵੇਂ ਬੇਟੇ ਅਸੀਂ ਜਦੋਂ ਸਕੂਲ ਬੱਚੇ ਆਉਂਦੇ ਆ ਤਾਂ ਉਹ ਹਰ ਰੋਜ਼ ਸਵੇਰੇ ਸਮੇਂ ਦੇ ਉੱਤੇ ਪਹੁੰਚਦੇ ਆ, ਤਾਂ ਉਹ ਯੂਜ਼ ਟੂ ਹੋ ਜਾਂਦੇ ਨੇ, ਉਸੇ ਸਮੇਂ 'ਤੇ ਸਵੇਰੇ ਉੱਠਦੇ ਆ, ਖਾਣਾ ਖਾਂਦੇ ਆ ਅਤੇ ਸਮੇਂ 'ਤੇ ਸਕੂਲ ਪਹੁੰਚ ਜਾਂਦੇ ਆ। ਸੋ ਇਸੇ ਤਰ੍ਹਾਂ ਸਾਡੇ ਇਸ ਕਹਾਣੀ ਦੀ ਲੇਖਿਕਾ ਜਿਹੜੀ ਆ ਉਹ ਵੀ ਯੂਜ਼ ਟੂ ਹੋ ਗਈ ਸੀ ਐਂਡ ਇਟ ਬਿਕੇਮ ਈਜ਼ੀਅਰ, ਅਤੇ ਹੁਣ ਉਸਨੂੰ ਇਹ ਕੰਮ ਜਿਹੜੇ ਸੀ ਸੌਖੇ ਲੱਗਣ, ਪਹਿਲਾਂ ਨਾਲੋਂ ਸੌਖੇ। ਈਜ਼ੀਅਰ ਮਤਲਬ ਪਹਿਲਾਂ ਨਾਲੋਂ ਸੌਖੇ ਲੱਗਣ ਲੱਗ ਗਏ। ਆਈ ਆਲਸੋ ਗੋਟ ਮੋਰ ਐਫੀਸ਼ੀਐਂਟ ਐਟ ਇਟ, ਮੈਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਮਹਿਸੂਸ ਕਰਦੀ ਸੀ। ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ, ਅਤੇ ਬੜੀ ਜਲਦੀ ਇਹ ਸਾਰੇ ਕੰਮ ਜਿਹੜੇ ਨੇ ਤੇਜ਼ੀ ਦੇ ਨਾਲ ਕਰਨੇ ਮੈਂ ਸ਼ੁਰੂ ਕਰ ਦਿੱਤੇ। ਜੋ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਮੈਂ ਤੇਜ਼ੀ ਨਾਲ ਉਸ ਨੂੰ ਨਿਪਟਾਉਂਦੀ। ਐਜ਼ ਆਈ ਗੋਟ ਕੁਇਕਰ, ਕਿਉਂਕਿ ਮੈਂ ਹੁਣ ਤੇਜ਼ ਹੋ ਗਈ ਸੀ। ਇਹ ਵਰਡ ਵੀ ਬੇਟੇ ਮੈਂ ਅੰਡਰਲਾਈਨ ਕੀਤਾ ਤੁਹਾਡਾ, ਤੁਸੀਂ ਇਹਨੂੰ ਵੀ ਕੋਸ਼ਿਸ਼ ਕਰਨੀ ਆ ਨੋਟਬੁੱਕ ਦੇ ਵਿੱਚ ਅਤੇ ਡਿਕਸ਼ਨਰੀ ਦੇ ਵਿੱਚੋਂ ਇਸ ਦਾ ਮੀਨਿੰਗ ਵੀ ਫਾਈਂਡ ਕਰਨਾ। ਆਈ ਸਟਾਰਟਡ ਹੈਵਿੰਗ ਮੋਰ ਫਰੀ ਟਾਈਮ, ਹੁਣ ਮੇਰੇ ਕੋਲ ਜ਼ਿਆਦਾ ਖਾਲੀ ਸਮਾਂ ਬਚ ਜਾਂਦਾ ਸੀ। ਐਂਡ ਡਿਡ ਨੋਟ ਰੀਅਲੀ ਨੋ ਵਾਟ ਟੂ ਡੂ ਵਿਦ ਇਟ, ਅਤੇ ਮੈਨੂੰ ਨਹੀਂ ਸੀ ਪਤਾ ਲੱਗਦਾ ਕਿ ਸਾਰੇ ਕੰਮ ਨਿਪਟਾ ਕੇ ਜੋ ਖਾਲੀ ਸਮਾਂ ਬਚਦਾ ਸੀ ਮੈਂ ਉਸ ਤੋਂ ਕੀ ਕਰਾਂ। ਤਾਂ ਉਹਨੇ ਅੱਗੇ ਜਿਹੜਾ ਡਾਇਰੈਕਟ ਸਪੀਚ ਯੂਜ਼ ਕੀਤੀ ਆ, ਪਲੀਜ਼ ਡੈਡ ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਥ। ਸੋ ਆਪਣੇ ਪਿਤਾ ਦੇ ਨਾਲ ਉਹ ਗੱਲ ਕਰ ਰਹੀ ਆ, ਉਸ ਨੂੰ ਬੇਨਤੀ ਕਰ ਰਹੀ ਆ ਕਿ ਕੋਈ ਹੋਰ ਮੈਨੂੰ ਕੰਮ ਦੱਸੋ ਜਾਂ ਕੋਈ ਹੋਰ ਮਦਦ ਮੈਂ ਤੁਹਾਡੀ ਕਰ ਸਕਾਂ। ਆਈ ਐਮ ਵਿਲਿੰਗ ਟੂ ਡੂ ਐਨੀਥਿੰਗ, ਮੈਂ ਕੁਝ ਵੀ ਕਰਨ ਦੇ ਲਈ ਤਿਆਰ ਹਾਂ। ਜਸਟ ਲੇ ਇਟ ਔਨ ਮੀ, ਮੇਰੇ 'ਤੇ ਛੱਡ ਦਿਓ। ਗਿਵ ਮੀ ਮੋਰ ਚੋਰਸ, ਮੈਨੂੰ ਹੋਰ ਜ਼ਿਆਦਾ ਕੰਮ ਦਿਓ। ਆਈ ਰਿਮੈਂਬਰ ਪਲੀਡਿੰਗ ਵਿਦ ਡੈਡ, ਮੈਨੂੰ ਯਾਦ ਹੈ, ਲੇਖਿਕਾ ਦੱਸਦੀ ਆ, ਮੈਨੂੰ ਯਾਦ ਹੈ ਕਿ ਮੈਂ ਆਪਣੇ ਪਿਤਾ ਜੀ ਨੂੰ ਬੇਨਤੀ ਕਰਦੀ ਸੀ। ਪਲੀਡਿਡ ਮੀਨਸ ਉਸ ਨੂੰ ਰਿਕੁਐਸਟ ਕਰਦੀ ਸੀ ਆਪਣੇ ਪਿਤਾ ਨੂੰ। ਆਈ ਵਾਜ਼ ਓਬਸੈਸਡ, ਦੁਬਾਰਾ ਸ਼ਬਦ ਆਇਆ, ਅਤੇ ਹੁਣ ਕੀ ਸੀ ਕਿ ਮੇਰੇ 'ਚ ਜਿਹੜਾ ਨਵੇਂ ਮੈਂ ਕੰਪਿਊਟਰ ਲੈਣ ਦਾ ਜਿਹੜਾ ਮੇਰੇ 'ਚ ਭਾਵਨਾ ਪ੍ਰਬਲ ਹੋਈ ਸੀ, ਜਨੂੰਨ ਮੇਰੇ 'ਤੇ ਛਾਇਆ ਸੀ। ਐਨੀ ਫਰੀ ਟਾਈਮ ਆਈ ਹੈਡ ਆਈ ਵਾਂਟਡ ਟੂ ਫਿਲ ਇਟ ਵਿਦ ਮੋਰ ਵਰਕ ਐਂਡ ਮੋਰ ਮਨੀ, ਕੋਈ ਵੀ ਜਿਹੜਾ ਮੈਨੂੰ ਸਮਾਂ ਮਿਲਦਾ, ਖਾਲੀ ਸਮਾਂ ਮਿਲਦਾ, ਉਸ ਸਮੇਂ ਦੇ ਵਿੱਚ ਮੈਂ ਹੋਰ ਕੋਈ ਕੰਮ ਲੱਭਣ ਦੀ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ, ਜਿਸ ਦੇ ਨਾਲ ਕਿ ਮੈਂ ਜ਼ਿਆਦਾ ਪੈਸੇ ਕਮਾ ਸਕਾਂ, ਇਕੱਠੇ ਕਰ ਸਕਾਂ। ਸਿੰਸ ਦਾ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ, ਕਿਉਂਕਿ ਹੁਣੇ ਛੁੱਟੀਆਂ ਖਤਮ ਹੋਣ ਵਾਲੀਆਂ ਸੀ। ਸਮਰ ਬ੍ਰੇਕ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ। ਐਂਡ ਆਈ ਨਿਊ ਆਈ ਵੁੱਡ ਹੈਵ ਲੈਸ ਟਾਈਮ ਵੰਸ ਆਈ ਸਟਾਰਟਡ ਗੋਇੰਗ ਟੂ ਸਕੂਲ ਅਗੇਨ, ਅਤੇ ਮੈਨੂੰ ਵੀ ਪਤਾ ਲੱਗ ਗਿਆ ਸੀ ਕਿ ਜਦੋਂ ਹੁਣ ਸਕੂਲ ਸ਼ੁਰੂ ਹੋ ਗਏ ਤਾਂ ਮੇਰੇ ਕੋਲ ਕੰਮ ਕਰਨ ਦੇ ਲਈ ਜ਼ਿਆਦਾ ਸਮਾਂ ਨਹੀਂ ਹੋਵੇਗਾ।
ਸੋ ਆਈ ਵਾਂਟਡ ਟੂ ਵਰਕ ਐਜ਼ ਮੱਚ ਐਜ਼ ਪੋਸੀਬਲ ਡਿਊਰਿੰਗ ਦਾ ਬ੍ਰੇਕ। ਸੋ ਮੈਂ ਚਾਹੁੰਦੀ ਸੀ ਕਿ ਇਸ ਛੁੱਟੀਆਂ ਦੇ ਜਿਹੜੇ ਥੋੜ੍ਹੇ ਦਿਨ ਰਹਿੰਦੇ ਨੇ ਉਹਨਾਂ ਦੇ ਵਿੱਚ ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੰਮ ਕਰ ਸਕਾਂ। ਇੱਕ ਪਿਕਚਰ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ। ਸੋ ਜਿਵੇਂ ਕਿ ਉਹਨੂੰ ਸੁਪਨੇ ਦੇ ਵਿੱਚ ਵੀ ਕੰਪਿਊਟਰ ਨਜ਼ਰ ਆ ਰਹੇ ਹੋਣੇ ਨੇ ਜਿਹੜਾ ਉਸਨੇ ਖਰੀਦਣਾ ਸੀ, ਤਾਂ ਉਹਦੇ ਨਾਲ ਰਿਲੇਟਡ ਪਿਕਚਰ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਗਈ ਹੈ। ਇਟ ਟੁੱਕ ਮੀ ਅ ਫਿਊ ਮੰਥਸ ਬਟ ਆਈ ਇਵੈਂਚੁਅਲੀ ਸੇਵਡ ਅਪ ਇਨਫ ਟੂ ਬਾਏ ਮਾਈ ਸੈਲਫ। ਸੋ ਲੇਖਕ ਦੁਆਰਾ ਦੱਸਿਆ ਜਾ ਰਿਹਾ ਕਿ ਥੋੜ੍ਹਾ ਹੀ ਮੈਨੂੰ ਕੁਝ ਮਹੀਨੇ ਹੀ ਲੱਗੇ ਅਤੇ ਮੈਂ ਕਾਮਯਾਬ ਹੋ ਗਈ ਪੈਸੇ ਜੋੜਨ ਦੇ ਵਿੱਚ। ਸੇਵਡ ਅਪ ਇਨਫ ਟੂ ਬਾਏ ਮਾਈ ਸੈਲਫ ਬੈਲ ਕੰਪਿਊਟਰਸ, ਜਿਹੜੇ ਕਿ ਪੈਸੇ ਇੰਨੇ ਮੈਂ ਜੋੜ ਲਏ ਸੀ ਕਿ ਉਹ ਉਸ ਕੰਪਿਊਟਰ ਨੂੰ ਬੈਲ ਕੰਪਨੀ ਦਾ ਕੰਪਿਊਟਰ ਖਰੀਦਣ ਦੇ ਲਈ ਕਾਫੀ ਸੀਗੇ। ਇਟ ਵਾਜ਼ ਏ ਵੀਕ ਬਿਫੋਰ ਮਾਈ ਬਰਥਡੇ। ਸੋ ਮੇਰੇ ਜਨਮਦਿਨ 'ਚ ਇੱਕ ਹਫ਼ਤਾ ਰਹਿੰਦਾ ਸੀ। ਐਂਡ ਆਈ ਵੈਂਟ ਟੂ ਦਾ ਬੈਲ ਸੈਂਟਰ ਟੂ ਪਲੇਸ ਐਨ ਆਰਡਰ। ਅਤੇ ਮੈਂ ਉਸ ਕੰਪਨੀ ਦੀ ਦੁਕਾਨ, ਕਿਸ ਕੰਪਨੀ ਦਾ ਉਸਨੇ ਖਰੀਦਣਾ ਸੀ ਕੰਪਿਊਟਰ? ਬੈਲ ਕੰਪਨੀ ਦਾ। ਸੋ ਉਸ ਦੇ ਸੈਂਟਰ ਦੇ ਉੱਤੇ ਉਹ ਪਹੁੰਚੀ ਲੇਖਿਕਾ ਕੀ ਕਰਨ ਵਾਸਤੇ? ਆਪਣਾ ਕੰਪਿਊਟਰ ਦਾ ਆਰਡਰ ਦੇਣ ਵਾਸਤੇ। ਆਈ ਨਿਊ ਇਟ ਵੁੱਡ ਟੇਕ ਐਟ ਲੀਸਟ ਅ ਵੀਕ। ਮੈਂ ਜਾਣਦੀ ਸੀ ਕਿ ਇਸ ਲਗਭਗ ਇੱਕ ਹਫ਼ਤੇ ਦਾ ਸਮਾਂ ਲੱਗੇਗਾ ਫੋਰ ਦਾ ਸਟੋਰ ਟੂ ਗੈਟ ਇਟ ਇਨ ਕੇਸ ਇਟ ਵਾਜ਼ ਆਊਟ, ਕਿ ਜੇਕਰ ਇਹ ਉਸ ਸਮੇਂ ਦੁਕਾਨ ਵਿੱਚ ਨਾ ਹੋਇਆ ਸਟਾਕ ਦੇ ਵਿੱਚ ਤਾਂ ਉਸ ਨੂੰ ਮੰਗਵਾਉਣ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗੇਗਾ। ਆਈ ਵਾਕਡ ਇਨ ਐਂਡ ਵੈਂਟ ਸਟਰੇਟ ਟੂ ਦਾ ਐਮਪਲੋਏ ਸਿਟਿੰਗ ਬਿਹਾਈਂਡ ਦਾ ਫਰੰਟ ਡੈਸਕ। ਮੈਂ ਸਿੱਧਾ ਦੁਕਾਨ ਦੇ ਅੰਦਰ ਗਈ ਅਤੇ ਜੋ ਵੀ ਕਰਮਚਾਰੀ ਦੁਕਾਨ ਦਾ ਬਿਲਕੁਲ ਸਾਹਮਣੇ ਕਾਊਂਟਰ ਦੇ ਉੱਤੇ ਸੀ ਉਸ ਨੂੰ ਪੁੱਛਿਆ ਟੂ ਆਸਕ ਇਫ ਦਾ ਕੰਪਿਊਟਰ ਵਾਜ਼ ਅਵੇਲੇਬਲ। ਸੋ ਜੋ ਮੈਨੂੰ ਮਾਡਲ ਪਸੰਦ ਸੀ ਉਹ ਮੈਂ ਦੱਸ ਕੇ ਮੈਂ ਪੁੱਛ ਲਿਆ ਉਸ ਨੂੰ ਕਿ ਕੀ ਉਹ ਕੰਪਿਊਟਰ ਅਵੇਲੇਬਲ ਹੈ। ਤਾਂ Oh, you don't need to buy that one. We have another one coming out soon. It is even faster and has double the storage, he said. ਸੋ ਉਸ ਕਾਊਂਟਰ ਦੇ ਉੱਤੇ ਬੈਠੇ ਕਰਮਚਾਰੀ ਵੱਲੋਂ ਜਵਾਬ ਦਿੱਤਾ ਗਿਆ, ਓਹੋ ਤੁਹਾਨੂੰ ਉਸ ਨੂੰ ਖਰੀਦਣ ਦੀ ਜ਼ਰੂਰਤ ਨਹੀਂ ਹੈ। We have another one coming out soon. ਸਾਡੇ ਕੋਲ ਇੱਕ ਹੋਰ ਨਵਾਂ ਵਰਜ਼ਨ, ਨਵਾਂ PC ਆ ਰਿਹਾ ਹੈ। ਇਹ ਉਸ ਤੋਂ ਵੀ ਜ਼ਿਆਦਾ ਤੇਜ਼ ਹੋਏਗਾ ਅਤੇ ਇਸ ਦੀ ਸਟੋਰੇਜ ਜਾਂ ਮੈਮਰੀ ਉਸ ਤੋਂ ਵੀ ਡਬਲ ਹੋਏਗੀ, ਉਸਨੇ ਕਿਹਾ। ਆਈ ਗੋਟ ਐਕਸਾਈਟਡ ਫੋਰ ਏ ਬਿਟ ਬਿਫੋਰ ਹੀ ਟੋਲਡ ਮੀ ਹਾਊ ਮੱਚ ਇਟ ਵੁੱਡ ਕੋਸਟ। ਇੱਕ ਵਾਰੀ ਮੈਂ ਫਿਰ ਮੈਂ ਐਕਸਾਈਟਡ ਹੋ ਗਈ ਕਿ ਜਦੋਂ ਉਸਨੇ ਮੈਨੂੰ ਅਜੇ ਉਸ ਦੀ ਕੀਮਤ ਬਾਰੇ ਦੱਸਿਆ। ਆਈ ਰੀਅਲਾਈਜ਼ਡ ਆਈ ਵੁੱਡ ਨੀਡ ਅਨਦਰ 2 months ਆਫ ਡੂਇੰਗ ਚੋਰਸ ਟੂ ਬੀ ਏਬਲ ਟੂ ਅਫੋਰਡ ਇਟ। ਸੋ ਮੈਂ ਮਹਿਸੂਸ ਕੀਤਾ, ਕੀਮਤ ਜਦੋਂ ਮੈਨੂੰ ਉਸਨੇ ਨਵੇਂ ਕੰਪਿਊਟਰ ਦੀ ਦੱਸੀ, ਮੈਂ ਮਹਿਸੂਸ ਕੀਤਾ ਕਿ ਹੁਣ ਮੈਨੂੰ ਘੱਟੋ ਘੱਟ 2 ਮਹੀਨੇ ਹੋਰ ਕੰਮ ਕਰਨੇ ਪੈਣਗੇ ਤਾਂ ਕਿ ਮੈਂ ਉਸ ਨਵੇਂ ਕੰਪਿਊਟਰ ਨੂੰ ਖਰੀਦ ਸਕਾਂ ਜਾਂ ਖਰੀਦਣ ਦੇ ਯੋਗ ਹੋ ਸਕਾਂ। ਟੂ ਅਫੋਰਡ ਇਟ, ਕਿਸੇ ਚੀਜ਼ ਨੂੰ ਖਰੀਦਣ ਦੇ ਯੋਗ ਹੋ ਸਕਾਂ, ਉਸ ਦੇ ਲਈ ਅਸੀਂ ਇਹ ਯੂਜ਼ ਕੀਤਾ ਵਰਡ ਬੇਟੇ। That is when I realized how fast technology changes and no matter how good a machine is. ਸੋ ਮੈਨੂੰ ਇੱਕ ਨਵਾਂ ਸਬਕ ਮਿਲਿਆ। ਮੈਂ ਮਹਿਸੂਸ ਕੀਤਾ, I realized how fast technology changes, ਕਿੰਨੀ ਤੇਜ਼ੀ ਦੇ ਨਾਲ ਟੈਕਨੋਲੋਜੀ ਬਦਲਦੀ ਹੈ। and no matter how good a machine, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਸ਼ੀਨ ਕਿੰਨੀ ਚੰਗੀ ਹੈ। there will always be a better faster model in the market. ਹਮੇਸ਼ਾ ਹੀ ਬਾਜ਼ਾਰ ਦੇ ਵਿੱਚ ਤੁਹਾਨੂੰ ਹੋਰ ਚੰਗੇ, ਹੋਰ ਤੇਜ਼ ਮਾਡਲ ਮਿਲਣਗੇ ਬਿਫੋਰ ਯੂ ਫੁਲੀ ਗੈਟ ਯੂਜ਼ਡ ਟੂ ਦਾ ਵਨ ਯੂ ਜਸਟ ਗੋਟ। ਭਾਵੇਂ ਕਿ ਅਜੇ ਜੋ ਤੁਹਾਡੇ ਕੋਲ ਹੈ ਤੁਸੀਂ ਉਸ ਦਾ ਪੂਰਾ ਯੂਜ਼ ਨਾ ਵੀ ਕੀਤਾ ਹੋਵੇ। ਸੋ ਇਹ ਇੱਥੇ ਇੱਕ ਐਗਜ਼ਾਮਪਲ ਅਸੀਂ ਆਪਣੇ ਵੀ ਦੇ ਦਿੰਦੇ ਹਾਂ ਕਿ ਅਸੀਂ ਅੱਜ ਚਾਹੇ ਕੋਈ ਨਵਾਂ ਮੋਬਾਈਲ ਵੀ ਖਰੀਦ ਲੈਂਦੇ ਹਾਂ ਬੱਚਿਓ, ਅਜੇ ਕੁਝ ਦਿਨ ਹੀ ਹੋਏ ਹੁੰਦੇ ਨੇ, ਕੁਝ ਹਫ਼ਤਿਆਂ ਦੇ ਬਾਅਦ ਹੀ ਅਸੀਂ ਦੁਬਾਰਾ ਕਿਸੇ ਸ਼ੌਪ 'ਤੇ ਜਾਂ ਔਨਲਾਈਨ ਸਾਈਟ 'ਤੇ ਜਾਂਦੇ ਹਾਂ ਤਾਂ ਉਸ ਤੋਂ ਵੀ ਵਧੀਆ ਮੋਬਾਈਲ ਜਿਹੜਾ ਗਾ ਉਹ ਦੁਕਾਨ 'ਤੇ ਆ ਚੁੱਕਿਆ ਹੁੰਦਾ ਗਾ ਅਤੇ ਸਾਨੂੰ ਕੁਝ ਹਫ਼ਤਿਆਂ ਬਾਅਦ ਹੀ ਲੱਗਦਾ ਗਾ ਕਿ ਸਾਡਾ ਖਰੀਦਿਆ ਮੋਬਾਈਲ ਜਿਹੜਾ ਹੈ ਉਹ ਪੁਰਾਣਾ ਹੋ ਗਿਆ ਹੈ।
ਸੋ ਇਸੇ ਤਰ੍ਹਾਂ ਦਾ ਜਿਹੜੀ ਘਟਨਾ ਇਸ ਸਾਡੀ ਲੇਖਿਕਾ ਜਿਸ ਨੇ ਲੈਸਨ ਡਿਸਕਰਾਈਬ ਕੀਤਾ ਗਾ ਉਹਦੇ ਨਾਲ ਵਾਪਰੀ ਆ। ਆਈ ਡਿਸਾਈਡਡ, ਸੋ ਹੁਣ ਲੇਖਿਕਾ ਦੱਸ ਰਹੀ ਆ, ਆਈ ਡਿਸਾਈਡਡ ਦੈਟ ਵੈਰੀ ਮੂਮੈਂਟ ਨੋਟ ਟੂ ਬਾਏ ਦਾ ਕੰਪਿਊਟਰ। ਉਸ ਛੋਟੇ ਜਿਹੇ ਪਲ ਦੇ ਵਿੱਚ ਮੈਂ ਡਿਸਾਈਡ ਕਰ ਲਿਆ ਕਿ ਮੈਂ ਹੁਣ ਕੰਪਿਊਟਰ ਨਹੀਂ ਖਰੀਦਾਂਗੀ। ਸਿੰਸ ਆਈ ਡਿਡ ਨਾਟ ਵਾਂਟ ਟੂ ਸਪੈਂਡ ਮਾਈ ਹਾਰਡ ਅਰਨਡ ਮਨੀ ਔਨ ਸਮਥਿੰਗ ਦੈਟ ਵੁੱਡ ਗੋ ਡਾਊਨ ਇਨ ਵੈਲਿਊ, ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਇੰਨੀ ਮਿਹਨਤ ਦੇ ਨਾਲ ਕਮਾਏ ਹੋਏ ਪੈਸੇ ਕਿਸੇ ਅਜਿਹੀ ਚੀਜ਼ ਨੂੰ ਖਰੀਦਣ 'ਤੇ ਲਗਾਵਾਂ ਜਿਸ ਦੀ ਕੀਮਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਵਿਦਇਨ ਨੋ ਟਾਈਮ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਘਟ ਜਾਵੇਗੀ। ਆਈ ਐਂਡਡ ਅਪ ਇਨਵੈਸਟਿੰਗ ਆਲ ਆਫ ਇਟ ਇਨ ਸੇਵਿੰਗ ਅਕਾਊਂਟ, ਅਤੇ ਮੈਂ ਆਖਰੀ ਫੈਸਲਾ ਕੀ ਕੀਤਾ ਕਿ ਮੈਂ ਇਸ ਨੂੰ ਸੇਵਿੰਗ ਅਕਾਊਂਟ ਵਿੱਚ ਇਨਵੈਸਟ ਕਰਾਂਗੀ। ਬੈਂਕ ਦੇ ਵਿੱਚ ਖਾਤਾ ਖੁਲਵਾ ਕੇ ਮੈਂ ਉੱਥੇ ਪੈਸੇ ਜਮ੍ਹਾਂ ਕਰਾਂਗੀ। ਦਿਸ ਇਜ਼ ਹਾਊ ਆਈ ਲਰਨਡ ਦਾ ਵੈਲਿਊ ਆਫ ਮਨੀ। ਸੋ ਇਸ ਤਰ੍ਹਾਂ ਮੈਂ ਪੈਸੇ ਦੀ ਮਹੱਤਤਾ ਜਾਂ ਪੈਸੇ ਦੀ ਕੀਮਤ ਬਾਰੇ ਜਾਣਿਆ। ਸਾਡੀ ਅੱਜ ਦੀ ਇਸ ਕਹਾਣੀ ਜਾਂ ਜੋ ਵੀ ਉਸਨੇ ਆਪ ਬੀਤੀ ਸੁਣਾਈ, ਉਸ ਲੇਖਿਕਾ ਦਾ ਨਾਮ ਵੰਦਨਾ ਲੁਨਿਆਲ ਸੀ, ਅਤੇ ਉਸ ਦੁਆਰਾ ਇਹ ਬਹੁਤ ਅੱਛੀ ਸਿੱਖਿਆ ਜਿਹੜੀ ਆ ਸਾਨੂੰ ਦਿੱਤੀ ਗਈ ਆ। ਸਾਡੇ ਅੱਜ ਦੇ ਸਮੇਂ ਦੇ ਉੱਤੇ ਬਿਲਕੁਲ ਢੁਕਦੀ ਆ ਕਿ ਇੰਨੀ ਤੇਜ਼ੀ ਦੇ ਨਾਲ ਜਿਹੜੀ ਟੈਕਨੋਲਜੀ ਬਦਲ ਰਹੀ ਹੈ ਕਿ ਜੋ ਵੀ ਅਸੀਂ ਕੋਈ ਨਵੀਂ ਟੈਕਨੋਲਜੀ ਦਾ ਕੋਈ ਟੀਵੀ, ਕੰਪਿਊਟਰ, ਮੋਬਾਈਲ ਖਰੀਦਦੇ ਹਾਂ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਨੂੰ ਵਰਤਣਾ ਚਾਹੀਦਾ ਗਾ, ਨਹੀਂ ਤਾਂ ਤੁਹਾਡੇ ਖਰੀਦਣ ਦੇ ਕੁਝ ਪਲ ਬਾਅਦ ਹੀ ਨਵਾਂ ਜਿਹੜੀ ਡਿਵਾਈਸ ਹੈ ਮੋਬਾਈਲ ਦੀ, ਟੀਵੀ ਜਾਂ ਕੋਈ ਕੰਪਿਊਟਰ, ਬਹੁਤ ਜਲਦੀ ਨਵਾਂ ਜਿਹੜਾ ਵੇਰੀਐਂਟ ਹੈ ਉਹ ਮਾਰਕੀਟ ਦੇ ਵਿੱਚ ਆ ਜਾਂਦਾ ਹੈ। ਸਾਨੂੰ ਅਚਾਨਕ ਉਸ 'ਤੇ ਪੈਸੇ ਨਹੀਂ ਖਰਚਣੇ ਚਾਹੀਦੇ। ਸੋ ਬੇਟੇ, ਇੱਕ ਅਸੀਂ ਪ੍ਰੀ ਰੀਡਿੰਗ ਐਕਟੀਵਿਟੀ ਕੀਤੀ ਸੀ, ਜਿਹੜੇ 10 ਵਰਡ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਡਿਕਸ਼ਨਰੀ ਦੀ ਮਦਦ ਦੇ ਨਾਲ ਫਾਈਂਡ ਕਰਕੇ ਨੋਟਬੁੱਕ ਦੇ ਵਿੱਚ ਲਿਖਣੇ ਨੇ, ਅਤੇ ਅਗੇਨ ਰਿਪੀਟ ਕਰਦਾ ਕਿ ਤੁਸੀਂ ਉਸ ਨੂੰ ਸਾਫ਼ ਲਿਖਾਈ ਦੇ ਵਿੱਚ ਲਿਖਣਾ ਹੈ। ਐਂਡ ਪੋਸਟ ਰੀਡਿੰਗ ਬੇਟੇ ਐਕਟੀਵਿਟੀ ਅੱਜ ਦੀ ਅਸੀਂ ਕਰਨੀ ਹੈ, ਉਹ ਵੀ ਸਾਡੀ ਡਿਕਸ਼ਨਰੀ ਨਾਲ ਰਿਲੇਟਡ ਹੈ। ਸਾਨੂੰ ਥੱਲੇ 20 ਵਰਡਸ ਦਿੱਤੇ ਗਏ ਨੇ, ਅਤੇ ਇਹਨਾਂ ਵਰਡਸ ਨੂੰ ਅਸੀਂ ਆਰਡਰ ਦੇ ਵਿੱਚ ਅਲਫਾਬੈਟੀਕਲ ਆਰਡਰ, ਡਿਕਸ਼ਨਰੀ ਦਾ ਆਰਡਰ ਕੀ ਹੁੰਦਾ ਗਾ ਬੇਟੇ? ਅਲਫਾਬੈਟੀਕਲ। ਪਹਿਲਾਂ ਅਸੀਂ ਏ ਵਾਲੇ ਵਰਡਸ ਸਾਰੇ, ਫਿਰ ਬੀ ਵਾਲੇ ਵਰਡਸ, ਫਿਰ ਸੀ ਵਾਲੇ, ਇਸ ਤਰ੍ਹਾਂ ਅਸੀਂ ਏ ਤੋਂ ਜ਼ੈਡ ਤੱਕ ਲਿਖਦੇ ਹਾਂ। ਸੋ ਇਹ 20 ਵਰਡਸ ਤੁਸੀਂ ਬੇਟੇ ਉਸੇ ਆਰਡਰ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨੀ ਆ, ਅਤੇ ਇਹ ਦੋਨੋਂ ਕੰਮ ਜਿਹੜੇ ਤੁਸੀਂ ਨੋਟਬੁੱਕ 'ਤੇ ਕਰਕੇ ਰੱਖਣੇ ਆ। ਜੇ ਤੁਸੀਂ ਪਿਕਚਰ ਵੀ ਮੈਨੂੰ ਸੈਂਡ ਕਰਨੀਆਂ ਹੈਗੀਆਂ ਉਹ ਵੀ ਕਰ ਸਕਦੇ ਹੋ, ਨਹੀਂ ਤਾਂ ਜਦੋਂ ਵੀ ਆਪਾਂ ਸਕੂਲ ਖੁੱਲ੍ਹਦੇ ਆ ਨੋਟਬੁੱਕਸ ਤੁਹਾਡੀਆਂ ਅਸੀਂ ਫਿਜ਼ੀਕਲੀ ਚੈੱਕ ਕਰ ਲਵਾਂਗੇ। ਸੋ ਬੇਟੇ, ਬਹੁਤ ਧਿਆਨ ਦੇ ਨਾਲ ਇਸ ਲੈਸਨ ਨੂੰ ਤੁਸੀਂ 2 ਵਾਰ 3 ਵਾਰ ਸੁਣਨਾ ਹੈ, ਕਿਉਂਕਿ ਅਸੀਂ ਅਗਲੇ ਵੀਡੀਓ ਦੇ ਵਿੱਚ ਇਸ ਦੇ ਕੁਐਸਚਨ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਵਾਰ ਮੈਂ ਤੁਹਾਨੂੰ 10 ਵਰਡਸ ਜਿਹੜੇ ਪਿੰਕ ਬਾਕਸ ਦੇ ਵਿੱਚ ਤੁਸੀਂ ਵੇਖੇ ਸੀਗੇ, ਉਹਨਾਂ ਦੇ ਨਾਲ ਹੀ ਉਹਨਾਂ ਦੇ ਮੀਨਿੰਗ ਜਿਹੜੇ ਨੇ ਉਹ ਮੈਂ ਇੱਥੇ ਵੀਡੀਓ ਦੇ ਵਿੱਚ ਦਿਖਾ ਦਿੰਦਾ ਹਾਂ, ਤੁਸੀਂ ਉਹਨਾਂ ਨੂੰ ਨੋਟ ਕਰ ਸਕਦੇ ਹੋ। ਸੋ ਇਹ 10 ਸਾਡੇ ਵਰਡ ਸੀਗੇ, ਅਤੇ ਇਹਦੇ ਨਾਲ ਰਿਲੇਟਡ ਜਿਹੜੇ ਹੈਗੇ ਨੇ 10 ਮੀਨਿੰਗਸ ਤੁਹਾਡੇ ਸਾਹਮਣੇ ਨਜ਼ਰ ਆਉਣਗੇ ਤੁਹਾਨੂੰ। ਵੈਸੇ ਤੁਸੀਂ ਬੇਟੇ ਆਪਣੀ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜੇ ਤੁਹਾਡੇ ਮੀਨਿੰਗਸ ਨੇ ਉਹ ਤੁਹਾਡੇ ਡਿਕਸ਼ਨਰੀ ਦੇ ਵਿੱਚੋਂ ਤੁਸੀਂ ਲੱਭ ਕੇ ਲਿਖ ਸਕੋ। ਸੋ ਵਨਸ ਅਗੇਨ ਥੈਂਕ ਯੂ। ਸੋ ਤੁਸੀਂ ਲੈਸਨ ਨੂੰ ਇੰਜੋਏ ਕਰਨਾ ਹੈ। ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ। ਥੈਂਕਸ ਅਗੇਨ।